ਅਸੀਂ ਸਾਰੀਆਂ ਜੇਲ੍ਹਾਂ 'ਚ ਗਏ, ਸਾਰੀਆਂ ਜੇਲ੍ਹਾਂ 'ਚ ਇਹਨਾਂ ਨੌਜਵਾਨਾਂ ਨੂੰ ਮਿਲੇ ਆ, ਜਾ ਕੇ ਹੌਸਲਾ ਦਿੱਤਾ ਔਰ ਰਣਜੀਤ ਤੋਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ। ਪ੍ਰੋਸੈਸ ਲਗਭਗ ਜ਼ਮਾਨਤਾਂ ਸਾਰਿਆਂ ਦੀਆਂ ਫਾਈਲ ਹੋ ਚੁੱਕੀਆਂ। ਜਿਨ੍ਹਾਂ ਦੇ ਉੱਪਰ ਅੰਦਰ ਮੰਨ ਲਓ ਜਿਨ੍ਹਾਂ ਨੂੰ ਪੁਲਿਸ ਨੇ ਟੌਰਚਰ ਕੀਤਾ, ਉਹਨਾਂ ਦੇ ਖਿਲਾਫ ਕੰਪਲੇਂਟ ਪਾਉਣ ਦਾ ਸਵਾਲ ਆ, ਉਹ ਵੀ ਐਵੀਡੈਂਸ ਕਲੈਕਟ ਕਰਕੇ ਫਿਰ ਪੈਣਗੀਆਂ। ਪਹਿਲੀ ਪ੍ਰਾਇੋਰਟੀ ਸਾਡੀ ਇਹ ਸੀ ਵੀ ਕਿਸਾਨਾਂ ਨੂੰ ਜ਼ਮਾਨਤ ਤੇ ਬਾਹਰ ਲਿਆ। ਸਟੇਟ ਗਵਰਨਮੈਂਟਸ ਦਾ ਜਾਂ ਸਰਕਾਰਾਂ ਦਾ ਇਹ ਰੁਖ ਬਣ ਗਿਆ ਕਿ ਜਿਹੜੇ ਐਜੀਟੇਸ਼ਨ ਵਾਲੇ ਮਾਮਲੇ ਨੇ ਉਹਦੇ 'ਚ ਥੋਕ ਦੇ ਭਾਅ 307 ਲਾਉਂਦੇ ਨੇ, ਉਹ ਵੀ ਟੈਰਰਾਈਜ਼ ਹੋ ਜੇ, ਬੰਦੇ ਨੂੰ ਛੇਤੀ ਜ਼ਮਾਨਤ ਨਾ ਮਿਲੇ, ਘੋਲ ਖੁੰਡਾ ਹੋ ਜੇ। ਗਵਰਨਮੈਂਟ ਨੇ ਜੋ ਪਹਿਲਾਂ ਇੱਕ ਪ੍ਰੋਪੇਗੈਂਡਾ ਕੀਤਾ ਸੀ, ਉਸ ਨਾਲ ਜੁਡੀਸ਼ਰੀ ਜਾਂ ਸਿਕਿਉਰਿਟੀ ਫੋਰਸਸ ਨੂੰ ਉਹਨੇ ਬਾਇਸਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਨੂੰ ਪਤਾ ਵੀ ਇਹਨਾਂ 'ਚੋਂ ਬਹੁਤੇ ਕੇਸਾਂ 'ਚ ਜੇ ਕੁਝ ਹੋਇਆ ਤਾਂ ਪੁਲਿਸ ਵਾਲਿਆਂ ਨੂੰ ਠਾਠਾ ਪੈਣੀਆਂ ਨੇ ਉਸ ਦੇ ਵਿੱਚ। ਜੇ ਬੇਲ ਆਰਡਰਾਂ ਦੇ ਜੱਜ ਇਹ ਕਮੈਂਟ ਕਰ ਰਹੇ ਨੇ ਤਾਂ ਪੁਲਿਸ ਟਿਕਣੀ ਹੀ ਨਹੀਂ ਕਿਤੇ। ਸਵਾਗਤ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਅੱਜ ਸਿੰਘੂ ਬਾਰਡਰ ਤੇ ਜੋ ਐਡਵੋਕੇਟ ਭਾਈਚਾਰੇ ਵੱਲੋਂ ਪਿਛਲੇ 3 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ ਜਾ ਰਿਹਾ ਸੀ, 200 ਦੇ ਲਗਭਗ ਵਕੀਲ ਪੰਜਾਬ, ਹਰਿਆਣਾ, ਦਿੱਲੀ ਦੇ ਚੰਡੀਗੜ੍ਹ ਤੋਂ ਜਿਸ ਤਰ੍ਹਾਂ ਟੀਮ ਬਣ ਕੇ 26 ਜਨਵਰੀ ਦੀ ਘਟਨਾ ਦੌਰਾਨ ਜੋ ਨੌਜਵਾਨ ਜੇਲ੍ਹਾਂ ਵਿੱਚ ਬੰਦ ਹੋਏ ਜਾਂ ਪੁਲਿਸ ਨੇ ਪਰਚਿਆਂ ਵਿੱਚ ਨਿਯੁਕਤ ਕੀਤੇ, ਉਹਨਾਂ ਦੀ ਹੁਣ ਤੱਕ ਕਿੰਨੀ ਸਟਰੈਂਥ ਜਿਹੜੀ ਇਸ ਵੇਲੇ ਹਜੇ ਵੀ ਜੇਲ੍ਹਾਂ ਦੇ ਵਿੱਚ ਆ, ਕਿੰਨਿਆਂ ਦੀ ਰਿਹਾਈ ਹੋ ਚੁੱਕੀ ਆ, ਕਿੰਨੇ ਹਜੇ ਇੱਦਾਂ ਦੇ ਪਰਚੇ ਹੈ ਜੋ ਹਜੇ ਤੱਕ ਦਿੱਲੀ ਪੁਲਿਸ ਨੇ ਜਿਹਦੇ ਵਿੱਚ ਦੋਸ਼ੀ ਨਾਮਜ਼ਦ ਨਹੀਂ ਕੀਤੀ। ਸਾਡੇ ਸਿੰਘੂ ਬਾਰਡਰ ਦੀ ਟੀਮ ਨੂੰ ਜੋ ਪਹਿਲੇ ਦਿਨ ਤੋਂ ਹੀ ਜਿੱਦਣ ਇਹ ਘਟਨਾ ਵਾਪਰਦੀ ਆ, ਇਹਨਾਂ ਕੇਸਾਂ ਦੇ ਨਾਲ ਪੂਰਾ ਆਪਣਾ ਸਾਰੀ ਟੀਮ ਦੇ ਨਾਲ ਜਿਸ ਤਰ੍ਹਾਂ ਯੋਗਦਾਨ ਪਾਇਆ ਰਮਿੰਦਰ ਜੀ, ਉਹਨਾਂ ਨੇ ਇਸ ਨੌਜਵਾਨਾਂ ਨੂੰ ਦਿੱਲੀ ਦੀਆਂ ਜੇਲ੍ਹਾਂ ਵਿੱਚੋਂ ਜਿਸ ਤਰ੍ਹਾਂ ਰਿਹਾ ਕਰਾਇਆ, ਉਹਨਾਂ ਤੋਂ ਆਪਾਂ ਜਾਣਕਾਰੀ ਹੁਣ ਤੱਕ ਦੀ ਪ੍ਰਾਪਤ ਕਰਦੇ ਹਾਂ। ਰਮਿੰਦਰ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਜੀ ਆਇਆਂ। ਧੰਨਵਾਦ ਭਾਜੀ। ਜਿਸ ਤਰ੍ਹਾਂ 26 ਜਨਵਰੀ ਦੀ ਘਟਨਾ ਤੋਂ ਬਾਅਦ ਤੁਸੀਂ ਵਕੀਲ ਭਾਈਚਾਰੇ ਨੇ ਕਿਸਾਨਾਂ ਦਾ ਵਾਕਿਆ ਹੀ ਡਟ ਕੇ ਸਾਥ ਦਿੱਤਾ, ਕਿਉਂਕਿ ਪਹਿਲਾਂ ਤਾਂ 2-2.5 ਮਹੀਨੇ ਸਟੇਜਾਂ ਤੋਂ ਐਲਾਨ ਹੀ ਹੁੰਦਾ ਰਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ, ਪਰ ਇਹ ਗੱਲ ਸੱਚ ਉਦੋਂ ਸਾਬਤ ਹੋਈ ਜਦੋਂ ਵਾਕਿਆ ਤੁਸੀਂ 27, 28, 29, 30 ਤੋਂ ਬਾਅਦ ਕੇਸਾਂ ਦੀ ਪੈਰਵਾਈ ਕੀਤੀ। ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾਈ ਕਰਾਉਣ ਦੇ ਵਿੱਚ ਤੁਹਾਡੀ ਟੀਮ ਨੇ ਬਹੁਤ ਵੱਡਾ ਯੋਗਦਾਨ ਪਾਇਆ। ਹੁਣ ਆਪਾਂ ਗੱਲ ਕਰੀਏ ਕਿ ਹੁਣ ਤੱਕ 98 ਦਿਨ ਦੇ ਨੇੜੇ ਦਾ ਤਿਰਦਾਜ ਹੋ ਗਿਆ ਵੀ ਹੁਣ ਤੱਕ ਕਿੰਨੇ ਨੌਜਵਾਨ ਜਿਹੜੇ ਆ ਹਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਆ, ਕਿੰਨਿਆਂ ਦੀ ਤੁਹਾਡੇ ਉਦੋਂ ਉਪਰਾਲਿਆਂ ਨਾਲ ਰਿਹਾਈ ਹੋ ਗਈ ਆ, ਤੇ ਜਿਹੜੇ ਕੇਸ ਦਿੱਲੀ ਪੁਲਿਸ ਵੱਲੋਂ ਦਰਜ ਕੀਤੇ ਗਏ ਜਿਨ੍ਹਾਂ 'ਚ ਕੋਈ ਦੋਸ਼ੀ ਨਾਮਜ਼ਦ ਨਹੀਂ, ਉਹਨਾਂ ਦੀ ਕੀ ਅਪਡੇਟ ਹੈ ਜੀ? ਦੇਖੋ ਭਾਜੀ, 123 ਬੰਦੇ ਸ਼ੁਰੂ 'ਚ ਤਿਹਾੜ 'ਚ ਬੰਦ ਸੀ, ਉਸ ਤੋਂ ਬਾਅਦ 'ਚੋਂ ਇਹ ਨੰਬਰ ਵੱਧ ਕੇ 151 ਹੋ ਗਿਆ ਆ। ਕੁਝ ਗ੍ਰਿਫਤਾਰੀਆਂ ਮਗਰੋਂ ਹੋਈਆਂ ਨੇ, ਉਹਨਾਂ 'ਚ ਹਜ਼ੂਰੀ ਸਾਡੇ ਜਿਹੜੇ ਪੰਥ ਦੇ ਕੀਰਤਨੀਏ ਨੇ, ਪ੍ਰਸਿੱਧ ਕੀਰਤਨੀ ਨੇ ਮਹਿੰਦਰ ਸਿੰਘ ਜੀ ਜੰਮੂ ਤੋਂ, ਉਹ ਵੀ ਵਿੱਚ ਸ਼ਾਮਲ ਨੇ। ਤੋ ਇਹਨਾਂ 151 ਬੰਦਿਆਂ 'ਚੋਂ 125 ਬੰਦਿਆਂ ਦੀ ਜ਼ਮਾਨਤ ਹੋ ਚੁੱਕੀ ਆ। ਔਰ ਹੁਣੀ ਲੇਟੈਸਟ ਇਨਫੋਰਮੇਸ਼ਨ ਇਹ ਆ ਕਿ ਮਜ਼ਦੂਰ ਅਧਿਕਾਰ ਸੰਗਠਨ ਦੇ ਜਿਹੜੇ ਆਗੂ ਨੇ ਸ਼ਿਵ ਕੁਮਾਰ ਜੀ, ਜਿਨ੍ਹਾਂ ਦੀ 2 'ਚੋਂ ਬੇਲ ਹੋ ਗਈ ਸੀ, ਤੀਜੇ ਕੇਸ 'ਚੋਂ ਵੀ ਉਹਨਾਂ ਨੂੰ ਬੇਲ ਗ੍ਰਾਂਟ ਹੋ ਗਈ ਆ। ਤੋ ਉਹ ਵੀ ਅੱਜ ਸ਼ਾਮ ਤੱਕ ਉਮੀਦ ਆ ਵੀ ਬਾਹਰ ਆ ਜਾਣਗੇ। ਜਿਹੜਾ ਬਾਕੀ ਬੰਦੇ ਬਚੇ ਹੋਏ ਨੇ ਉਹਨਾਂ ਦੀ ਪੈਰਵਾਈ ਚੱਲ ਰਹੀ ਹੈ। ਉਹਦੇ 'ਚੋਂ ਵੀ ਜਿਹੜਾ ਸਾਡਾ ਫੋਕਸ ਹੈ ਉਹ ਹੈਗਾ ਆ ਰਣਜੀਤ ਸਿੰਘ ਕਾਜਮਪੁਰ ਦੇ ਉੱਪਰ, ਕਿਉਂਕਿ ਉਸ FIR ਦੇ ਵਿੱਚੋਂ ਦੀ ਪਹਿਲਾਂ ਅਸੀਂ 33-34 ਬੰਦੇ ਜਿਨ੍ਹਾਂ ਨੂੰ ਬਿਨਾਂ ਕਿਸੇ ਨਾਮ ਤੋਂ, ਬਿਨਾਂ ਕਿਸੇ ਗੱਲ ਤੋਂ ਅੰਦਰ ਪਾਇਆ ਹੋਇਆ ਸੀ, ਉਹਨਾਂ ਦੀਆਂ ਜ਼ਮਾਨਤਾਂ 307 'ਚੋਂ ਹੋ ਗਈਆਂ। ਹੁਣ ਅੱਜ ਸਾਡੇ ਵਕੀਲ ਸਾਹਿਬ ਵੀਰ ਸਿੰਘ ਸੰਧੂ ਜੀ ਉਹਨਾਂ ਨੂੰ ਜੇਲ੍ਹ 'ਚ ਮਿਲਣ ਜਾ ਰਹੇ ਨੇ, ਤੇ ਉਸ ਲਈ ਪਹਿਲਾਂ ਉਹਨਾਂ ਦਾ ਵਕਾਲਤਨਾਮਾ ਸਾਡੇ ਕੋਲੇ ਹੈਗਾ, ਪਰ ਅਸੀਂ ਉਹਨਾਂ ਦੇ ਮਾਮਲੇ 'ਚ, ਜ਼ਮਾਨਤ ਦੇ ਮਾਮਲੇ 'ਚ ਉਹਨਾਂ ਨੂੰ ਜੋ ਗੱਲ ਸਮਝਾਉਣੀ ਆ ਜਾਂ ਜੋ ਅਸੀਂ ਉਹਨਾਂ ਦੇ ਵੱਲੋਂ ਜਿਹੜੇ ਸਟੈਪਸ ਲੈਣੇ ਨੇ ਉਸ ਮਾਮਲੇ 'ਚ ਉਹਨਾਂ ਨੂੰ ਬਰੀਫ ਕਰਨ ਜਾਵਾਂਗੇ। ਅੱਜ ਉਹਨਾਂ ਨੂੰ ਕੁਝ ਥੋੜ੍ਹਾ ਹੋਰ ਵੀ ਮਦਦ ਵੀ ਕੀਤੀ ਜਾਊਗੀ ਉਸ ਮਾਮਲੇ ਦੇ ਵਿੱਚ, ਕਿਉਂਕਿ ਨੈਚੁਰਲੀ ਹੁੰਦਾ ਬੰਦੇ ਨੂੰ ਵੀ ਮੈਂ ਪਿੱਛੇ ਰਹਿ ਗਿਆ ਹਾਲੇ। ਤਾਂ ਜਿੰਨੀ ਸੰਯੁਕਤ ਮੋਰਚੇ ਵੱਲੋਂ ਅਸੀਂ ਹੈਲਪ ਹਾਲੇ ਤੱਕ ਸਾਰੇ ਵੀਰਾਂ ਦੀ ਕੀਤੀ ਸੀ, ਅੰਦਰ ਮੋਨੀਟਰੀ ਹੈਲਪ ਵੀ ਕੀਤੀ ਸੀ, ਤਾਂ ਜਿਹੜੇ ਹਾਲੇ ਪਿੱਛੇ ਰਹਿੰਦੇ ਨੇ ਉਹਨਾਂ ਨੂੰ ਜੇ ਕੋਈ ਹੋਰ ਲੋੜ ਆ ਤਾਂ ਉਸ ਮਾਮਲੇ 'ਚ ਵੀ ਅਸੀਂ ਰਾਤ ਸਾਡੇ ਕੋਲ ਇਨਫੋਰਮੇਸ਼ਨ ਇਹ ਆਈ ਵੀ ਹਾਂ ਥੋੜ੍ਹਾ ਹੁਣ ਬਾਕੀ ਚੀਜ਼ਾਂ ਵਰਤੀਆਂ ਗਈਆਂ ਉਸ ਮੋਨੀਟਰੀ ਹੈਲਪ 'ਚੋਂ, ਤਾਂ ਅਸੀਂ ਅੱਜ ਹੀ ਉਹਨਾਂ ਨੂੰ ਕਿਹਾ ਵੀ ਇੱਕ ਤਾਂ ਜਾਓ ਵੀ ਉਸ ਨੂੰ ਕੁਝ ਹੈਲਪ ਵੀ ਦੇ ਕੇ ਆਓ, ਔਰ ਉਸ ਮਾਮਲੇ 'ਚ ਉਹਨੂੰ ਸਾਰਾ ਸਮਝਾ ਕੇ ਉਹਦੇ ਨਾਲ ਬਰੀਫਲੀ ਡਿਸਕਸ ਵੀ ਹੋਊਗਾ। ਤੋ ਯਾਨੀ ਕਿ ਹੁਣ ਰਣਜੀਤ ਹੋਣਾ ਨੂੰ ਬੇਲ ਤੇ ਬਾਹਰ ਲਿਆਉਣ ਦਾ ਪ੍ਰੋਸੈਸ ਅਸੀਂ ਜਿਹੜਾ ਉਹ ਤੇਜ਼ੀ ਨਾਲ ਅੱਗੇ ਵਧਾਵਾਂਗੇ। ਰਣਜੀਤ ਦੀ ਜਿਹੜੀ ਬੇਲ ਤੁਸੀਂ ਪ੍ਰੋਸੈਸ ਪਾ ਰਹੇ ਆ, ਜਿਹੜੇ ਪਹਿਲਾਂ ਨੌਜਵਾਨ ਰਿਹਾਈ ਹੋ ਚੁੱਕੀ ਆ, ਉਹਨਾਂ ਦੀਆਂ ਧਾਰਾਵਾਂ ਦੇ ਵਿੱਚ ਅੰਤਰ ਆ ਜਾਂ ਕੋਈ ਹੋਰ ਵਜ੍ਹਾ ਉਹਦੀ ਜਿਹੜੀ ਜ਼ਮਾਨਤ ਨਹੀਂ ਹੋ ਰਹੀ? ਰਣਜੀਤ ਹੋਣਾ ਦੇ ਮਾਮਲੇ 'ਚ ਦੇਖੋ ਧਾਰਾਵਾਂ ਸੇਮ ਸੀਗੀਆਂ ਸਾਰੀਆਂ, ਪਰ ਰਣਜੀਤ ਹੋਣਾ ਦੇ ਮਾਮਲੇ 'ਚ ਬਾਈ ਨੇਮ FIR ਔਰ SHO ਦੀ ਮੈਡੀਕਲ ਲੀਗਲ ਰਿਪੋਰਟ ਹੈ, ਜਿਹੜੀ ਮੈਡੀਕਲ ਰਿਪੋਰਟ ਨਾਲ ਅਟੈਚਡ ਹੈ, ਤਾਂ ਉਸ ਮਾਮਲੇ ਨੂੰ ਥੋੜ੍ਹਾ ਮੈਰਿਟ ਦੇ ਆਧਾਰ 'ਤੇ ਸਾਨੂੰ ਦੇਖਣਾ ਪਊ। ਬਾਕੀਆਂ ਦੇ ਤਾਂ
ਮਤਲਬ ਕਾਨੂੰਨੀ ਤੌਰ ਤੇ ਵੀਕ ਸੀ ਪੁਲਿਸ। ਇਹਦੇ 'ਚ ਸਾਨੂੰ ਇਹ ਲੱਗਦਾ ਵੀ ਇਸ 'ਚ ਸਾਨੂੰ ਥੋੜ੍ਹਾ ਜਿਹਾ, ਕਿਉਂਕਿ RS ਚੀਮਾ, ਰਜਿੰਦਰ ਸਿੰਘ ਚੀਮਾ ਖੁਦ ਇਸ 'ਚ ਮਤਲਬ ਪੈਰਵਾਈ ਕਰਨਗੇ ਤੇ ਇੰਟਰਸਟ ਨਾਲ ਉਹਨਾਂ ਨੇ ਸਾਰਾ ਡਰਾਫਟ ਕਰਾਉਣਾ। ਤਾਂ ਮੈਨੂੰ ਇਹ ਲੱਗਦਾ ਵੀ ਇਹ ਉਹਨਾਂ ਦਾ ਮਾਮਲਾ ਆ। ਅਸੀਂ ਉਹਨਾਂ ਦੇ ਮਾਮਲੇ ਦੇ ਵਿੱਚ ਕਿਹੜੇ ਸਟੈਪ ਲੈਣੇ ਨੇ, ਅਸੀਂ ਤਾਂ ਉਹਨਾਂ ਨੂੰ ਕੋਆਪਰੇਟ ਕਰਾਂਗੇ। ਜਿਵੇਂ ਤੁਸੀਂ ਮੈਨੂੰ ਪਹਿਲਾਂ ਕਿਹਾ, ਮੈਂ ਲਾ ਗ੍ਰੈਜੂਏਟ ਜ਼ਰੂਰ ਹਾਂ ਜੀ, ਪਰ ਮੈਂ ਹਾਲੇ ਤੱਕ ਕਦੀ ਕਚਹਿਰੀ 'ਚ ਬੈਠਿਆ ਨਹੀਂ। ਮੈਨੂੰ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਮੇਰੀ ਸਿਰਫ ਇੱਕ ਇਸ ਕਰਕੇ ਵੀ ਥੋੜ੍ਹੀ ਮੈਂ ਜਾਣਕਾਰੀ ਰੱਖਦਾ, ਤਾਂ ਮੈਨੂੰ ਭੰਗੂ ਸਾਹਿਬ ਨਾਲ ਤੇ ਕੁਝ ਹੋਰ ਕਿਸਾਨ ਆਗੂਆਂ ਨੂੰ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ। ਬਾਕੀ ਕੰਮ ਤਾਂ ਉਹਨਾਂ ਵਕੀਲਾਂ ਨੇ ਜਿਹੜੇ ਦਿੱਲੀ ਕੋਰਟਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੰਮ ਕੀਤਾ, ਜਿਨ੍ਹਾਂ ਨੇ ਇਸ ਸਾਰੇ ਐਫਰਟ ਨੂੰ ਕੇਂਦਰੀਕਰਨ ਕਰਨ ਦੀ ਜ਼ਰੂਰਤ ਸੀ। ਦਿੱਲੀ 'ਚ ਜਿਸ ਤਰ੍ਹਾਂ ਦੀਆਂ ਘਰਾਂ ਦੀ ਪੋਜੀਸ਼ਨ ਹੈ, ਛੋਟੇ ਉਹਨੇ ਖੁੱਲ੍ਹੇ ਘਰ ਨਹੀਂ ਹੈਗੇ, ਲੋਕ ਛੋਟੇ-ਛੋਟੇ ਫਲੈਟਾਂ 'ਚ ਰਹਿੰਦੇ ਨੇ, ਤਾਂ ਸਾਡੇ ਲਈ ਉਸ ਥਾਂ ਦੇ ਉੱਪਰ ਸਿੰਘੂ ਸਾਨੂੰ ਸਾਰੇ ਵਕੀਲਾਂ ਨੂੰ ਬੁਲਾ ਕੇ ਚੈਨਲਾਈਜ਼ ਕਰਨਾ ਮੁਸ਼ਕਲ ਸੀ। ਦਿੱਲੀ 'ਚ ਉਨੀ ਸਪੇਸ ਨਹੀਂ ਸੀ। ਇਸ ਮਾਮਲੇ 'ਚ ਸਾਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਯੋਗ ਕੀਤਾ, ਪੂਰਾ ਸਹਿਯੋਗ ਕੀਤਾ। ਉਹਨਾਂ ਨੇ ਸਾਨੂੰ ਗੁਰਦੁਆਰਾ ਰਕਾਬਗੰਜ ਦੇ ਵਿੱਚ ਇੱਕ ਕਿਸਮ ਨਾਲ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਆਪਣਾ ਆਫਿਸ ਹੀ ਹੈਂਡਓਵਰ ਕਰ ਦਿੱਤਾ ਵੀ ਤੁਸੀਂ ਇਸ ਨੂੰ ਯੂਟਿਲਾਈਜ਼ ਕਰੋ ਜਿਸ ਤਰ੍ਹਾਂ ਕਰਨਾ। ਔਰ ਉਸ ਤੋਂ ਅਸੀਂ ਸਾਰਾ ਜਿਹੜਾ ਸੈਂਟਰਲਾਈਜ਼ਡ ਫੰਕਸ਼ਨਿੰਗ ਚਲਾ ਸਕੇ ਆ। ਉਹਨਾਂ ਦਾ ਵੀ ਲੀਗਲ ਪੈਨਲ ਵਿੱਚ ਸੀ। ਕੁਝ ਹੋਰ ਵਕੀਲ ਜਿਹੜੇ ਵਲੰਟੀਅਰ ਤੌਰ ਤੇ ਮਦਦ ਕਰਨਾ ਚਾਹੁੰਦੇ ਸੀ, ਅਸੀਂ ਉਹ ਵੀ ਕੋਆਰਡੀਨੇਟ ਕੀਤੇ ਉੱਥੇ ਸਾਰੇ। ਤੋਂ ਸਾਰੀਆਂ ਸੰਸਥਾਵਾਂ ਦੇ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦੇ ਜਿਹੜੀ ਔਰਤਾਂ ਦੀ ਜਥੇਬੰਦੀ ਆ, ਉਹਨਾਂ ਦਾ ਇੱਕ ਲੀਗਲ ਸਾਰੀ ਟੀਮ ਸੀ, ਉਹ ਵੀ ਨਾਲ ਕੋਆਰਡੀਨੇਟ ਕੀਤੀ। ਇੱਦਾਂ ਸਾਰੀਆਂ ਟੀਮਾਂ ਨੂੰ ਕੋਆਰਡੀਨੇਟ ਕਰਕੇ ਵੱਖ-ਵੱਖ ਅਦਾਲਤਾਂ 'ਚ ਜ਼ਿੰਮੇਵਾਰੀਆਂ ਦਿੱਤੀਆਂ ਸੀ। ਉਹ ਅਸੀਂ ਡੇਲੀ ਬਰੀਫ ਕਰਦੇ ਹਾਂ ਆਪਸ 'ਚ ਬੈਠ ਕੇ। ਉੱਥੇ ਜਾਈਦਾ, ਸਾਡਾ ਇੱਕ ਕਿਸਮ ਨਾਲ ਦੁਪਹਿਰੇ 2 ਵਜੇ ਤੋਂ ਬਾਅਦ ਇਹ ਕੰਮ ਸ਼ੁਰੂ ਹੋ ਜਾਂਦਾ ਹੈ। 2-3 ਵਜੇ ਤੋਂ ਬਾਅਦ ਅਸੀਂ ਪਹਿਲਾਂ ਗੁਰਦੁਆਰਾ ਰਕਾਬਗੰਜ ਜਾਈਦਾ, ਉੱਥੇ ਸਾਰੀ ਚੀਜ਼ ਦੀ ਬਰੀਫ ਕਰੀਦੀ ਹੈ, ਕੀ ਹੋ ਗਿਆ, ਕਿਹੜੇ-ਕਿਹੜੇ ਸਟੈਪ ਲੈਣ ਦੀ ਲੋੜ ਹੈ, ਉਹ ਸਾਨੂੰ ਐਡਵਾਈਸ ਕਰਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਜਦੋਂ ਨੋਟਿਸ ਆਉਣੇ ਸ਼ੁਰੂ ਹੋਏ ਨੇ, ਤਾਂ ਵਕੀਲਾਂ ਦੀ ਟੀਮ ਨੇ ਸਾਨੂੰ ਸੁਜੈਸਟ ਕੀਤਾ ਵੀ ਬਈ ਇਹ ਤੁਹਾਨੂੰ ਦੇਖੋ ਕੀ ਕਰ ਸਕਦੇ ਆ। ਤਾਂ ਅਸੀਂ ਉਹਨਾਂ ਨਾਲ ਬੈਠ ਕੇ ਕਿਹਾ ਕਿ ਅਸੀਂ ਇੱਕ ਦਿਨ ਦੀ ਜ਼ਬਰ ਵਿਰੋਧੀ ਕਾਲ ਬਣਾਵਾਂਗੇ। ਇਹ ਅਸੀਂ ਸੁਜੈਸਟ ਕਰਾਂਗੇ ਵੀ ਤੁਹਾਡਾ ਵੀ ਐਡਵਾਈਸ ਹੈ। ਔਰ ਅਸੀਂ ਉਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਪਹਿਲਾਂ ਪੰਜਾਬ ਦੀ ਮੀਟਿੰਗ 'ਚ ਰੱਖੀ ਇਹ ਗੱਲ, ਫਿਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚੋਂ ਕਢਾਈ, ਔਰ 24 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਜ਼ਬਰ ਵਿਰੋਧੀ ਦਿਵਸ ਮਨਾਇਆ। ਉਸ ਦਾ ਇੰਪੈਕਟ ਗਿਆ। ਨੋਟਿਸ ਰੁਕੇ ਨੇ ਹੁਣ ਆਉਣੇ, ਹੁਣ ਰੁਕ ਗਏ, ਨਹੀਂ ਤਾਂ ਥੋਕ ਦੇ ਭਾਅ ਨੋਟਿਸ ਕੱਢੇ ਜਾ ਰਹੇ ਸੀ, ਡੇਲੀ ਆ ਰਹੇ ਸੀਗੇ, ਉਹ ਰੁਕਿਆ। ਹੁਣ ਜਿਨ੍ਹਾਂ ਦੇ ਕੁਝ ਆਏ ਨੇ ਉਹਨਾਂ ਨੂੰ ਵੀ ਉਸ ਢੰਗ ਨਾਲ ਐਡਵਾਈਸ ਦਿੱਤੀ ਜਾ ਰਹੀ ਆ। ਹੁਣ ਕੁਝ ਟਰੈਕਟਰਸ ਦਾ ਮਾਮਲਾ, ਜਿਹੜੇ ਟਰੈਕਟਰ ਅੰਦਰ ਨੇ ਉਹਨਾਂ ਦੀ ਵੀ ਕਾਰਵਾਈ ਆ ਜਿਹੜੀ ਉਹ ਸ਼ੁਰੂ ਕੀਤੀ। ਤਾਂ ਹਰ ਚੀਜ਼ ਨੂੰ ਸਟੈਪ ਬਾਈ ਸਟੈਪ ਅਸੀਂ ਲੈ ਕੇ ਇਸ ਸਾਰੇ ਪ੍ਰੋਸੈਸ ਨੂੰ ਕੰਪਲੀਟ ਕਰਾਂਗੇ। ਜ਼ਮਾਨਤਾਂ ਦਾ ਕੰਮ ਲਗਭਗ ਰਾਹੇ ਪੈ ਗਿਆ, ਉਹ ਹੋਰ ਹਫ਼ਤੇ 10 ਦਿਨਾਂ ਦੇ ਵਿੱਚ ਸਾਡਾ ਕੰਮ ਉਹ ਨਿਬੜ ਜਾਣਾ ਹੈ। ਜਿੱਥੋਂ ਤੱਕ ਇਹ ਕੇਸ ਨੇ, ਕੇਸ ਤਾਂ ਲੰਮੇ ਚੱਲ ਸਕਦੇ ਨੇ, ਪਰ ਜੇ ਇਹ ਐਜੀਟੇਸ਼ਨ ਹੈ, ਬਹੁਤ ਸਪਸ਼ਟ ਹਾਂ ਅਸੀਂ ਇਸ ਮਾਮਲੇ ਤੇ, ਜੇ ਐਜੀਟੇਸ਼ਨ ਜਿੱਤ ਦੇ ਰੂਪ 'ਚ ਸਮਾਪਤ ਹੁੰਦੀ ਹੈ ਤਾਂ ਗਵਰਨਮੈਂਟ ਨੂੰ ਇਹ ਕੇਸ ਵੀ ਵਾਪਸ ਲੈਣੇ ਪੈਣੇ ਆ। ਤਾਂ ਮੈਂ ਤਾਂ ਜੇਲਰ ਸਾਹਿਬ ਨੂੰ ਵੀ ਹੱਸਿਆ ਸੀ ਵੀ ਜੇ ਨਾ ਹੋਈ ਤਾਂ ਹੋ ਸਕਦਾ ਅਸੀਂ ਵੀ ਤੁਹਾਡੇ ਕੋਲੇ ਅੰਦਰ ਹੋਈਏ, ਉੱਥੇ ਆਈਏ। ਤਾਂ ਇਸ ਹਿਸਾਬ ਨਾਲ ਹੈ, ਕਿਉਂਕਿ ਅਸੀਂ ਸਾਰੇ ਨੌਜਵਾਨਾਂ ਦੇ ਡੈਲੀਗੇਸ਼ਨਾਂ ਨਾਲ ਅੰਦਰ ਵੀ ਮਿਲਣ ਗਏ ਆ। ਇਸ 'ਚ ਅਸੀਂ ਦਿੱਲੀ ਗਵਰਨਮੈਂਟ, ਕੇਜਰੀਵਾਲ ਗਵਰਨਮੈਂਟ ਨੂੰ ਡੈਲੀਗੇਸ਼ਨ ਮਿਲਿਆ ਸੀ ਕਿ ਸਾਨੂੰ ਅੰਦਰ ਮਿਲਣ ਦੀ ਇਜਾਜ਼ਤ ਦਿਓ, ਵੀਡੀਓ ਕਾਨਫਰੰਸਿੰਗ ਰਾਹੀਂ ਜਾਂ ਹੋਰ ਅਸੀਂ ਨਹੀਂ ਕਰ ਸਕਦੇ, ਜਾਂ ਸਾਡੇ ਕਿਸਾਨ ਸਾਰੇ ਇੱਕ ਥਾਂ ਇਕੱਠੇ ਕਰੋ ਅਸੀਂ ਗਾਈਡ ਕਰ ਸਕੀਏ। ਉਹ ਸੰਭਵ ਨਹੀਂ ਸੀ। ਤਾਂ ਫਿਰ ਅਸੀਂ ਵੱਖ-ਵੱਖ ਜੇਲ੍ਹਾਂ 'ਚ ਜਾ ਕੇ, ਮੈਂ, ਭੰਗੂ ਸਾਹਿਬ, ਹਰਪਾਲ ਸਿੰਘ ਜੀ, BKU ਚੋਡੂਨੀ ਤੋਂ ਅਸੀਂ ਅੰਦਰ ਜਾ ਕੇ ਮਿਲ ਕੇ ਆਉਂਦੇ ਰਹੇ ਹਾਂ। ਸਾਨੂੰ ਸਾਰੇ ਕਿਸਾਨ, ਕੋਈ ਐਂ ਤਾਂ ਹੈ ਨਹੀਂ ਵੀ ਸਾਡੇ ਜਥੇਬੰਦੀਆਂ ਦੇ ਮੈਂਬਰਸ ਦੇ ਤੌਰ ਤੇ ਅਸੀਂ ਦੇਖਿਆ। ਅਸੀਂ ਇਸ ਤਰ੍ਹਾਂ ਬਣਾਇਆ ਕਿ ਮਾਝੇ 'ਚੋਂ ਬੁਲਾਓ, ਦੁਆਬੇ 'ਚੋਂ ਬੁਲਾਓ, ਮਾਲਵੇ 'ਚੋਂ ਬੁਲਾਓ, ਹਰਿਆਣੇ 'ਚੋਂ ਬੁਲਾਓ, ਇੱਦਾਂ ਕਿਸਾਨਾਂ ਦਾ ਨੁਮਾਇੰਦੇ ਉੱਧਰੋਂ ਬੁਲਾ ਕੇ ਉਹਨਾਂ ਨੂੰ ਸਾਰੀ ਗੱਲ ਸਮਝਾਉਂਦੇ ਰਹੇ ਆ ਵੀ ਕਿਵੇਂ ਕਰਨਾ। ਕੀ ਕਈ ਬੰਦੇ ਡਰਦੇ ਸੀ ਵੀ ਵਕਾਲਤਨਾਮੇ ਤੇ ਵੀ ਸਾਈਨ ਨਹੀਂ ਸੀ ਕਰਦੇ, ਵੀ ਪਤਾ ਨਹੀਂ ਸਾਡੇ ਤੋਂ ਕਿੱਥੇ ਸਾਈਨ ਕਰਾ ਰਹੇ ਨੇ। ਉਹਨਾਂ ਨੂੰ ਆਇਡੈਂਟੀਟੀ ਦੱਸੀ ਵੀ ਕੀ ਹੋਣਗੇ ਵਕਾਲਤਨਾਮੇ, ਤੁਸੀਂ ਸਾਰੇ ਵੀਰਾਂ ਨੂੰ ਜਾ ਕੇ ਅੰਦਰ ਦੱਸੋ, ਤਾਂ ਹੀ ਅਸੀਂ ਤੁਹਾਡੀ ਪੈਰਵਾਈ ਕਰ ਸਕਾਂਗੇ। ਔਰ ਅਸੀਂ ਸਾਰੀਆਂ ਜੇਲ੍ਹਾਂ 'ਚ ਗਏ, ਸਾਰੀਆਂ ਜੇਲ੍ਹਾਂ 'ਚ ਇਹਨਾਂ ਨੌਜਵਾਨਾਂ ਨੂੰ ਮਿਲੇ ਆ, ਜਾ ਕੇ ਹੌਸਲਾ ਦਿੱਤਾ। ਔਰ ਰਣਜੀਤ ਤੋਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਅਸੀਂ, ਠੀਕ ਆ, ਔਰ ਅੱਜ ਵੀ ਅਸੀਂ ਭੇਜਿਆ। ਇਸ ਕਰਕੇ ਪੈਰਵਾਈ ਦਾ ਪ੍ਰੋਸੈਸ ਸਾਰਾ ਚੱਲ ਰਿਹਾ। ਜੋ ਜ਼ਿੰਮੇਵਾਰੀ ਸਾਨੂੰ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਸੀ ਉਹਦੇ 'ਚ ਇੱਕ ਹਿੱਸਾ ਅਸੀਂ ਨਿਭਾ ਦਿੱਤਾ। ਕੇਸ ਰੱਦ ਹੋ ਗਏ, ਬਹੁਤ ਵਧੀਆ ਗੱਲ ਹੈ, ਜਿੱਤ ਗਏ। ਨਾ ਰੱਦ ਹੋਏ ਤਾਂ ਇਹ ਵੀ ਅਖੀਰ ਤੱਕ ਪੈਰਵਾਈ ਕਰਾਂਗੇ, ਕੋਈ ਗੱਲ ਨਹੀਂ। ਜਿਹੜੇ ਬੱਚੇ ਇਸ ਵੇਲੇ ਨਹੀਂ ਰਿਹਾ ਹੋਏ ਹਜੇ ਤੱਕ, ਉਹਦੇ ਵਿੱਚ ਪ੍ਰੋਸੈਸਿੰਗ ਦੀ ਦਿੱਕਤ ਹੈ ਜਾਂ ਕੋਈ ਕਾਨੂੰਨੀ ਘੁੰਡੀ ਆ ਵੀ ਜਿਹੜੀ ਉਹਨਾਂ ਦੀ ਜ਼ਮਾਨਤ ਹਜੇ ਤੱਕ ਰੁਕੀ ਆ? ਨਹੀਂ ਭਾਜੀ, ਹਰ ਚੀਜ਼ ਨੂੰ ਸਟੈਪ ਬਾਈ ਸਟੈਪ ਲੈ ਕੇ ਤੁਰਿਆ ਗਿਆ।
ਪ੍ਰੋਸੈਸ ਲਗਭਗ ਜ਼ਮਾਨਤਾਂ ਸਾਰਿਆਂ ਦੀਆਂ ਫਾਈਲ ਹੋ ਚੁੱਕੀਆਂ। ਰਣਜੀਤ ਵਾਲੇ ਮਾਮਲੇ 'ਚ ਲੀਗਲ ਪਹਿਲੂ ਨੂੰ ਵਿਚਾਰ ਕੇ ਉਹਦੀ ਜ਼ਮਾਨਤ ਬੇਲ ਐਪਲੀਕੇਸ਼ਨ ਹੈ ਜਿਹੜੀ ਉਹ ਫਾਰਵਰਡ ਹੋ ਜਾਣੀ ਆ, ਅੱਜ ਜਾਂ ਕੱਲ੍ਹ 'ਚ ਉਹ ਲੱਗ ਜਾਣੀ ਆ। ਠੀਕ ਹੈ, ਇਹ ਮਤਲਬ ਕਈ ਲੱਗੀਆਂ ਹੋਈਆਂ, ਅੱਜ ਸ਼ਾਮ ਤੱਕ ਹੋਰ ਵੱਧ ਜਾਣਾ ਨੰਬਰ। ਸਵੇਰੇ 5 ਬੇਲ ਗ੍ਰਾਂਟ ਹੋਈਆਂ, ਆਥਨ ਨੂੰ ਜਾ ਕੇ ਰਿਵਿਊ ਕਰਾਂਗੇ, ਹੋ ਸਕਦਾ 126 ਤੋਂ ਨੰਬਰ ਵਧਿਆ ਹੋਵੇ ਅੱਗੇ ਜਾ। ਹੁਣ ਇਹ ਜਾਣਕਾਰੀ ਦਿਓ ਵੀ ਜਿਹੜਾ ਪਹਿਲਾਂ ਇੱਕ ਗੱਲ ਆ ਰਹੀ ਸੀ ਵੀ ਇੰਨੇ ਨੌਜਵਾਨ ਆ ਜਿਹੜੇ ਹਜੇ ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਪੁਲਿਸ ਕਸਟਡੀ 'ਚ ਆ, ਲਾਪਤਾ ਆ, ਨਾ ਪਤਾ ਲੱਗਦਾ ਸੀ ਜੇਲ੍ਹਾਂ 'ਚ, ਕੁਛ ਗਿਣਤੀ ਸੀ ਅੱਜ ਤੋਂ 15 ਕੁ ਦਿਨ ਪਹਿਲਾਂ, ਉਹ ਸਾਰੀ ਹੁਣ ਇਸ ਵੇਲੇ ਇੱਕ ਕਲੀਅਰ ਹੋ ਚੁੱਕੀ ਸਥਿਤੀ, ਨੌਜਵਾਨਾਂ ਦਾ ਪਤਾ ਲੱਗ ਗਿਆ ਕਿਹੜੀ ਜੇਲ੍ਹ 'ਚ ਆ, ਕਿਹੜੇ ਥਾਣੇ 'ਚ ਆ, ਕਿੱਥੇ ਆ। ਸਾਡੇ ਕੋਲੇ ਲੇਟੈਸਟ ਹੀ ਨਵੀਂ ਲਿਸਟ ਆਈ ਆ ਜਿਹੜੇ ਵਧੇ ਨੇ, ਅਸੀਂ ਉਹਨਾਂ ਨਾਲ ਉਹ ਟੈਲੀ ਕਰ ਰਹੇ ਹਾਂ। ਪਹਿਲਾਂ ਇਹ ਨੰਬਰ 48 ਤੱਕ ਚਲਾ ਗਿਆ ਸੀ, ਉਹ 10 ਤੇ ਆ ਗਿਆ, ਉਹਦੇ 'ਚੋਂ ਟੈਲੀ ਕਰਾਂਗੇ। ਜਿਹੜੇ ਨਹੀਂ ਹੋਣਗੇ ਤਾਂ ਕੋਲਨ ਗੋਂਜਾਲਵਸ ਜਿਹੜੇ ਸੁਪਰੀਮ ਕੋਰਟ ਦੇ ਇੱਕ ਸੀਨੀਅਰ ਐਡਵੋਕੇਟ ਨੇ, ਉਹਨਾਂ ਦੀ ਇੱਕ ਟੀਮ ਹੈ, ਇਹ ਕੰਮ ਉਹਨਾਂ ਨੂੰ ਵੰਡਿਆ ਹੋਇਆ ਸੀ। ਮਤਲਬ ਸਾਰਾ ਕੰਮ ਵੰਡ ਕੇ ਆ। ਇਸ ਗੱਲ 'ਚ ਸਾਨੂੰ ਪਤਾ ਹੈ ਕਿ ਲੀਗਲ ਸੈੱਲ ਜਿਹੜਾ ਸਾਨੂੰ ਜ਼ਿੰਮੇਵਾਰੀ ਸੀ, ਅਸੀਂ ਕਿਸਾਨ ਲੀਡਰਸ ਦੇ ਤੌਰ ਤੇ ਜਿਹੜੀ ਸਾਡੀ ਜ਼ਿੰਮੇਵਾਰੀ ਸੀ, ਅਸੀਂ ਸਾਰੇ ਕੰਮ ਨੂੰ ਕਿਸੇ ਇੱਕ ਵਕੀਲ ਤੇ ਨਹੀਂ ਸੁੱਟਿਆ ਹੈ। ਅਸੀਂ ਸਾਰੇ ਨੂੰ ਵੱਖ-ਵੱਖ ਜਿਹੜੇ ਵੀ ਅੱਗੇ ਆਏ ਨੇ ਕੰਮ ਕਰਨ ਲਈ ਉਹਨਾਂ ਨੂੰ ਦੇਵਾਂਗੇ, ਔਰ ਉਹ ਵਲੰਟੀਅਰਲੀ ਹੈਲਪ ਕਰਨ ਨੂੰ ਤਿਆਰ ਨੇ। ਇਸ ਮਾਮਲੇ 'ਚ ਸਟੈਪ ਬਾਈ ਸਟੈਪ ਹੀ ਅੱਗੇ ਤੁਰੇ ਆ। ਹੁਣ ਜਿਨ੍ਹਾਂ ਦੇ ਉੱਪਰ ਅੰਦਰ ਮੰਨ ਲਓ ਜਿਨ੍ਹਾਂ ਨੂੰ ਪੁਲਿਸ ਨੇ ਟੌਰਚਰ ਕੀਤਾ, ਉਹਨਾਂ ਦੇ ਖਿਲਾਫ ਕੰਪਲੇਂਟ ਪਾਉਣ ਦਾ ਸਵਾਲ ਆ, ਉਹ ਵੀ ਐਵੀਡੈਂਸ ਕਲੈਕਟ ਕਰਕੇ ਫਿਰ ਪੈਣਗੀਆਂ। ਪਹਿਲੀ ਪ੍ਰਾਇੋਰਟੀ ਸਾਡੀ ਇਹ ਸੀ ਵੀ ਕਿਸਾਨਾਂ ਨੂੰ ਜ਼ਮਾਨਤ ਤੇ ਬਾਹਰ ਲਿਆਈਏ, ਵੀ ਇਹ ਮਾਮਲਾ ਸੀ। ਕਿਉਂਕਿ ਅਸੀਂ ਕੁਛ ਤਾਂ ਬੰਦੇ ਜਿਹਨੂੰ ਕਹੀਏ ਵੀ ਉੱਦਾਂ ਹੀ ਬੰਦੇ ਨਜਾਇਜ਼ ਅੰਦਰ ਬੈਠੇ ਰਹਿਣ, ਤਾਂ ਉਹ ਬਾਹਰ ਲੈ ਆਏ ਆ ਅਸੀਂ, ਲਗਭਗ ਉਹ ਕੰਮ ਮੁਕੰਮਲ ਆ। ਹੁਣ ਅਗਲੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ। ਲੀਗਲ ਸੈੱਲ ਦੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਉਨੀ ਦੇਰ ਤੱਕ ਬਣੀ ਰਹਿਣੀ ਹੈ ਜਿੰਨੀ ਦੇਰ ਤੱਕ ਕੇਸ ਖਤਮ ਨਹੀਂ ਹੁੰਦੇ ਹੈ। ਜਿਸ ਤਰ੍ਹਾਂ ਹੁਣ ਤੱਕ ਤੁਸੀਂ ਕੇਸਾਂ ਦੀ ਸਟੱਡੀ ਕਰ ਲਈ ਆ, ਜ਼ਮਾਨਤਾਂ ਵੀ ਹੋ ਗਈਆਂ, ਜਿਹੜੇ ਜ਼ਮਾਨਤ ਹੋ ਕੇ ਕਿਸਾਨ ਬਾਹਰ ਆਏ ਆ ਉਹਨਾਂ ਤੇ ਜ਼ਿਆਦਾਤਰ ਧਾਰਾਵਾਂ ਕਿੱਦਾਂ ਦੀਆਂ ਸੀਗੀਆਂ? ਦੇਖੋ, ਡਕੈਤੀ ਦੀ ਧਾਰਾ ਸੀ, 307 ਧਾਰਾ ਹੈ, ਇਰਾਦਾ ਕਤਲ ਦਾ, ਔਰ ਇਹਦੇ 'ਚ ਛੇਤੀ ਜ਼ਮਾਨਤ ਨਹੀਂ ਹੁੰਦੀ। ਮੇਰਾ ਇਹਦਾ ਕੀ ਕਾਰਨ ਸੀ ਵੀ 307 ਦੀ ਜ਼ਮਾਨਤ ਤੁਸੀਂ ਏਡੀ ਛੇਤੀ ਕਰਾ ਲਈ? ਅੱਜ ਕੱਲ੍ਹ ਵੀਰ ਇੱਕ ਤਾਂ ਇਹ ਹੈ ਕਿ ਸਟੇਟ ਗਵਰਨਮੈਂਟਸ ਦਾ ਜਾਂ ਸਰਕਾਰਾਂ ਦਾ ਇਹ ਰੁਖ ਬਣ ਗਿਆ ਕਿ ਜਿਹੜੇ ਐਜੀਟੇਸ਼ਨ ਵਾਲੇ ਮਾਮਲੇ ਨੇ ਉਹਦੇ 'ਚ ਥੋਕ ਦੇ ਭਾਅ 307 ਲਾਉਂਦੇ ਨੇ, ਉਹ ਵੀ ਟੈਰਰਾਈਜ਼ ਹੋ ਜੇ, ਬੰਦੇ ਨੂੰ ਛੇਤੀ ਜ਼ਮਾਨਤ ਨਾ ਮਿਲੇ, ਘੋਲ ਖੁੰਡਾ ਹੋ ਜੇ। ਸਾਡਾ ਘੋਲ ਉਹ ਦਹਿਸ਼ਤ ਜਦਾ ਕਰਕੇ, ਟੈਰਰਾਈਜ਼ ਕਰਕੇ ਖਤਮ ਕਰਨਾ ਚਾਹੁੰਦੇ ਸੀ। 26 ਨੂੰ ਉਹਨਾਂ ਨੇ ਜੋ ਸਾਡੇ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਗਵਰਨਮੈਂਟ ਨੇ ਸਾਰੀ ਕਨਸਪੀਰੇਸੀ ਕੀਤੀ ਜਿਹੜੀ, ਇਸ ਕਨਸਪੀਰੇਸੀ 'ਚ ਉਹਨਾਂ ਨੂੰ ਐ ਸੀ ਵੀ ਖੰਡਾ ਦਿਆਂਗੇ, ਪਰ ਇਹ ਘੋਲ ਟਿਕਿਆ ਰਿਹਾ। ਮਿਹਨਤ ਸੀ ਜਿਹੜੀ ਸਾਰੀ ਥੱਲੇ ਲੋਕਾਂ ਦੀ, ਉਹਨੇ ਟਿਕਾਈ ਰੱਖਿਆ, ਔਰ ਅੱਜ ਇਹ ਘੋਲ ਫੇਰ ਆਪਣੇ ਮੁਕਾਮ ਤੇ ਆ। ਗਵਰਨਮੈਂਟ ਇਸ ਮਿਸ਼ਨ 'ਚ ਫੇਲ ਹੋਈ ਆ। ਹਾਂ, ਗਵਰਨਮੈਂਟ ਨੇ ਜੋ ਪਹਿਲਾਂ ਇੱਕ ਪ੍ਰੋਪੇਗੈਂਡਾ ਕੀਤਾ ਸੀ, ਉਸ ਨਾਲ ਜੁਡੀਸ਼ਰੀ ਜਾਂ ਸਿਕਿਉਰਿਟੀ ਫੋਰਸਸ ਨੂੰ ਉਹਨੇ ਬਾਇਸਡ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਨੂੰ ਕੋਈ ਗਲਤ ਰੰਗਤ 'ਚ ਪੇਂਟ ਕਰ ਦਿੱਤਾ ਜਾਵੇ। ਪਰ ਇਹ ਅਸੀਂ ਸਾਡਾ ਸੰਘਰਸ਼ ਔਰ ਕਿਸਾਨਾਂ ਦਾ ਜੇ ਕਹਿ ਲਓ ਕਿ ਮਿਹਨਤ ਆ ਸਮੁੱਚੀਆਂ ਜਥੇਬੰਦੀਆਂ ਦੀ ਔਰ ਸਮੁੱਚੇ ਲੋਕਾਂ ਦੀ, ਇਹ ਮਿਹਨਤ ਹੈ ਕਿ ਬਹੁਤ ਛੇਤੀ 2 ਦਿਨਾਂ ਦੇ ਵਿੱਚ ਅਸੀਂ ਇਹ ਨੰਗਾ ਕਰਨ 'ਚ ਕਾਮਯਾਬ ਹੋ ਗਏ ਕਿ ਮੋਦੀ ਸਰਕਾਰ ਨੇ ਸਾਡੇ ਐਜੀਟੇਸ਼ਨ ਨਾਲ ਚਾਲ ਚੱਲੀ ਹੈ, ਜਿਸ ਕਰਕੇ ਜੁਡੀਸ਼ਰੀ ਦੇ ਵਿੱਚ ਵੀ ਇੱਕ ਵਿਊ ਪੁਆਇੰਟ ਬਹੁਤ ਸਾਫ਼ ਚਲਾ ਗਿਆ ਕਿ ਇਹਨਾਂ ਦਾ ਕਸੂਰ ਕੋਈ ਨਹੀਂ ਹੈ, ਔਰ ਉਹ ਲੀਨੀਏਟ ਰਹੇ ਨੇ। ਇਸ ਗੱਲ ਲਈ ਅਸੀਂ ਜੁਡੀਸ਼ਰੀ ਦਾ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ 307 ਦੇ ਕੇਸਾਂ ਨੂੰ ਇਹ ਮੰਨਿਆ ਕਿ ਵੀ ਇਹ ਤਾਂ ਐਵੇਂ ਥੋਕ ਦੇ ਭਾਅ ਲਾਏ ਨੇ, ਔਰ ਉਸ 'ਚ ਕਈ ਚੀਜ਼ਾਂ 'ਚ ਉਹਨਾਂ ਨੇ ਬੜੇ ਕਮਾਲ ਦੇ ਆਰਡਰ ਵੀ ਕੀਤੇ ਨੇ। ਜਿਹੜੀਆਂ ਪੁਲਿਸ ਦੀਆਂ ਇਰੈਗੂਲੈਰਿਟੀਜ਼ ਸੀ, ਬੇਲ ਆਰਡਰਾਂ 'ਚ ਹੀ ਪੁਲਿਸ ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹੈਗੇ ਨੇ। ਤੋ ਇਹ ਕਾਨੂੰਨੀ ਪਹਿਲੂ ਨੇ, ਇਹਨਾਂ ਨੂੰ ਜਿਹੜੇ ਪ੍ਰੋਫੈਸ਼ਨਲ ਲਾਇਰ ਨੇ ਉਹਨਾਂ ਨੇ ਦੇਖਣਾ ਹੁੰਦਾ ਆ। ਅਸੀਂ ਤਾਂ ਉਹਨਾਂ ਨਾਲ ਬੈਠ ਕੇ ਗਾਈਡ ਕਰਦੇ ਆ, ਜੋ ਉਹਨਾਂ ਤੋਂ ਸਾਡੇ ਤੋਂ ਰਿਕੁਆਇਰਮੈਂਟ ਹੁੰਦੀ ਆ ਕਿ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਆ ਕਰ ਦੇਵੇ, ਉਹ ਕਰੀਦਾ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜਿੰਦਰ ਸਿੰਘ ਸਿਰਸੇ ਹੋਣਾ ਦਾ ਇਹ ਹੈ ਬੈਨੀਫਿਟ ਕਿ ਉਹ ਦਿੱਲੀ ਦੇ ਵਿੱਚ ਬੈਠੇ ਨੇ, ਕੋਈ ਚੀਜ਼ਾਂ ਦੀ ਜ਼ਰੂਰਤ ਹੈ, ਕੁਝ ਹੋਰ ਹੈ, ਤਾਂ ਉਹ ਸਾਧਨ ਸਾਨੂੰ ਉਹ ਮੁਹੱਈਆ ਕਰਾ ਦਿੰਦੇ ਹੈਗੇ ਨੇ। ਤਾਂ ਇਧਰੋਂ ਜਿਹੜੀ ਉਹਨਾਂ ਨੂੰ ਕੋਈ ਗਾਈਡੈਂਸ ਚਾਹੀਦੀ ਹੁੰਦੀ ਹੈ ਕਿਸਾਨ ਜਥੇਬੰਦੀਆਂ ਵੱਲੋਂ, ਉਹ ਅਸੀਂ ਉਹਨਾਂ ਨਾਲ ਡੇਲੀ ਅਸੀਂ ਰੂਟੀਨ 'ਚ ਬਰੀਫ ਕਰਦੇ ਹਾਂ ਵੀ ਅੱਜ ਦਾ ਇੰਨਾ ਕੰਮ ਹੋ ਗਿਆ, ਅੱਗੇ ਦਾ ਸਟੈਪ ਲੈਣ ਦੀ ਲੋੜ ਹੈ। ਉਸ ਤੇ ਸਟੈਪ ਬਾਈ ਸਟੈਪ ਅੱਗੇ ਤੁਰਦੇ ਆ। ਰਾਤ ਨੂੰ ਤਿਹਾੜ ਜਾਈਦਾ, 12-1 ਵਜਦਾ, 1:30 ਵਜੇ ਆ ਕੇ ਪੈਂਦੇ ਆ ਤੇ ਸਵੇਰੇ ਫੇਰ ਆ ਕੇ ਇੱਥੇ ਦਾ ਕੰਮ ਨਿਬੇੜ ਕੇ ਫਿਰ ਤੁਰ ਜਾਂਦੇ ਆ। ਅਸੀਂ ਇੱਕ ਗੱਲ ਬਿਲਕੁਲ ਸਮਝਦੇ ਸੀਗੇ ਕਿ ਜੋ ਮਿੱਤਰ ਪਿਆਰਿਆਂ ਨੇ ਕਿਸਾਨ ਘੋਲ 'ਚ ਕਾਲੀ ਕੀਤੀ ਜਾਂ ਜੋ ਕੁਛ ਵੀ ਕੀਤਾ, ਮੈਂ ਉਸ ਕੰਟਰੋਵਰਸੀ 'ਚ ਨਹੀਂ ਜਾਂਦਾ, ਪਰ ਸਾਡੇ ਘੋਲ ਦਾ ਨੁਕਸਾਨ ਹੋ ਗਿਆ ਉਸ ਗੱਲ ਨਾਲ, ਤੇ ਇਸ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਸੀ। ਉਹ ਅਸੀਂ ਜ਼ਿੰਮੇਵਾਰੀ ਨਿਭਾਉਣ ਲਈ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਸੀ
ਉਹ ਅਸੀਂ ਨਿਭਾਉਣ ਲਈ ਪੂਰਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਆ। ਹਾਲੇ ਵੀ ਕੁਝ ਘਾਟਾਂ ਵਾਧਾਂ ਰਹਿੰਦੀਆਂ ਹੋਣਗੀਆਂ, ਤੋ ਬੰਦਾ 100% ਪਰਫੈਕਟ ਕੋਈ ਵੀ ਨਹੀਂ ਹੁੰਦਾ, ਤੋ ਸਾਰੇ ਵੀਰ ਕਰ ਰਹੇ ਨੇ। ਈਵਨ ਜਿਹੜੀਆਂ ਕੋਈ ਸੰਸਥਾਵਾਂ ਪਾਸੇ ਵੀ ਰਹਿ ਗਈਆਂ, ਅਸੀਂ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਸੀ ਵੀ ਜੇ ਕਰਨਾ ਚਾਹੁੰਦੇ ਹੋ ਕੁਛ ਮਦਦ ਤਾਂ ਕੋਆਰਡੀਨੇਟ ਐਫਰਟ ਚਾਹੋ, ਪੈਰਲਲ ਚੀਜ਼ ਨਾ ਖੋਲੋ ਕੋਈ ਵੀ। ਜੇ ਤੁਸੀਂ ਜਥੇਬੰਦੀਆਂ ਦੇ ਨਾਲ ਜੁੜ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਤੇ ਇਸ ਘੋਲ ਦੀਆਂ ਮੁਸ਼ਕਲਾਂ ਨੂੰ ਸਮਝ ਕੇ, ਕਿਉਂਕਿ ਜਥੇਬੰਦੀਆਂ ਕਿਸਾਨ ਘੋਲ ਦੀਆਂ ਜਥੇਬੰਦੀਆਂ ਨੇ, ਇਸ ਘੋਲ ਦੀਆਂ ਕੀ ਜ਼ਰੂਰਤਾਂ, ਕੀ ਸੁਝਾਅ ਆ ਰਹੇ ਨੇ, ਕੀ ਲੋੜਾਂ ਨੇ, ਇਸ ਗੱਲ ਨੂੰ ਉਹ ਅੱਖਾਂ ਮੀਚ ਕੇ ਤਾਂ ਬੈਠੀਆਂ ਨਹੀਂ। ਇਹ ਬਾਤ ਅਸੀਂ ਵਕੀਲਾਂ ਤੱਕ ਕਨਵੇ ਕਰੀ ਦੀ ਆ, ਉਹਨਾਂ ਦਾ ਵਿਊ ਪੁਆਇੰਟ ਸਾਨੂੰ ਆਉਂਦਾ। ਉਹ ਜਿੱਥੇ ਕਿਤੇ ਕੋਈ ਚੀਜ਼ ਡਿਸਕਸ ਕਰਨ ਵਾਲੀ ਵੀ ਹੁੰਦੀ ਆ, ਮੀਟਿੰਗਾਂ 'ਚ ਬੈਠ ਕੇ ਡਿਸਕਸ ਕਰਕੇ ਡਿਸਾਈਡ ਕਰਕੇ ਅੱਗੇ ਤੁਰ ਜਾਈਦਾ ਵੀ ਕਿਵੇਂ ਕਰੀਏ ਕਿਵੇਂ ਨਾ ਕਰੀਏ। ਤੋਂ ਘੋਲ ਦੀ ਜ਼ਰੂਰਤ ਦੇ ਮੱਦੇਨਜ਼ਰ ਬਿਨਾਂ ਸ਼ੱਕ ਐਜੀਟੇਸ਼ਨ ਇਹ 3 ਬਿੱਲਾਂ ਦੇ ਖਿਲਾਫ ਹੈ, 3 ਕਾਨੂੰਨਾਂ ਦੇ ਖਿਲਾਫ ਹੈ, MSP ਦੇ ਇਸ਼ੂ ਤੇ ਆ, ਉਹ ਮੇਨ ਚੀਜ਼ ਹੈ। ਉਸ ਦੀ ਜ਼ਰੂਰਤ ਦੇ ਮੱਦੇਨਜ਼ਰ ਵੀ ਇਸ ਨੂੰ ਕੋਈ ਢਾਹ ਨਾ ਲੱਗੇ। ਸਾਰੇ ਵਕੀਲ ਸਾਡੇ ਜਿਹੜੇ ਨੌਜਵਾਨ ਮਿੱਤਰ ਨੇ, ਨਵੇਂ ਮੁੰਡੇ ਨੇ, ਜਿਨ੍ਹਾਂ ਨੇ ਇਸ ਕੰਮ 'ਚ ਅੱਗੇ ਹੋ ਕੇ ਆ ਕੇ ਕੰਮ ਕੀਤਾ ਆ ਜੀ ਜਾਨ ਨਾਲ। ਮੈਨੂੰ ਕਹਿ ਲਈਏ ਵੀ ਮਤਲਬ ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਆਮ ਰੂਟੀਨ ਪ੍ਰੈਕਟਿਸ ਹੈ ਕਿ ਵਕੀਲ ਸਾਹਿਬਾਨ ਕੀ ਕਰਦੇ ਨੇ, ਉਹਨਾਂ ਨੇ ਬੇਲ ਕਰਾ ਦੇਣੀ ਹੁੰਦੀ ਆ, ਬੇਲ ਲਈ ਬੰਦੇ ਆਪ ਹੀ ਜਾਂਦੇ ਨੇ ਆਪਣਾ ਜੀ ਬਾਹਰ ਲੈਣ ਲਈ, ਪਰ ਉਹ ਬੇਲ ਕਰਾ ਕੇ ਆਪ ਨਾਲ ਉੱਥੇ ਆਉਂਦੇ ਨੇ, ਰਾਤ ਨੂੰ ਤਿਹਾੜ ਦੇ ਬਾਹਰ ਖੜੇ ਹੁੰਦੇ, ਰਾਤ ਦੇ 1:30 ਵਜੇ ਤੱਕ ਸਾਡੇ ਨਾਲ ਖੜਦੇ ਨੇ, ਔਰ ਇਹ ਉਹਨਾਂ ਦੀ ਸਰਵਿਸ ਹੈ। ਇਸ ਗੱਲ ਲਈ ਅਸੀਂ ਬਿਨਾਂ ਸ਼ੱਕ ਜਿੱਦਣ ਇੱਕ ਨੰਬਰ ਕੰਪਲੀਟ ਹੋ ਗਿਆ, ਅਸੀਂ ਇੱਕ ਡੈਡਲਾਈਨ ਮਿੱਥਿਆ ਕਿ ਜਿੱਦਣ ਰਣਜੀਤ ਦੀ ਬੇਲ ਹੋ ਗਈ, ਉਸ ਤੋਂ ਬਾਅਦ 'ਚੋਂ ਇਹ ਸਾਰੀ ਟੀਮ ਨੂੰ ਉਰੇ ਬੁਲਾਵਾਂਗੇ, ਉਹਨਾਂ ਨੂੰ ਸਨਮਾਨ ਵੀ ਕਰਾਂਗੇ, ਉਹਨਾਂ ਦੀ ਇਸ ਨਿਸ਼ਕਾਮ ਸੇਵਾ ਦਾ ਸ਼ੁਕਰਾਨਾ ਵੀ ਹੈ ਜਿਹੜਾ ਕਰਾਂਗੇ। ਉਹਨਾਂ ਨੇ ਬਿਲਕੁਲ ਇਹ ਦਿਖਾਇਆ, ਅਸੀਂ ਸਮਝਦੇ ਹਾਂ ਕਿ ਵਕੀਲ ਭਾਈਚਾਰੇ ਦੀ ਉਹਨਾਂ ਨੇ ਜਿਹਨੂੰ ਕਹਿੰਦੇ ਆ ਵੀ ਉਹ ਵਾਅਦਾ ਪੁਗਾਇਆ ਵੀ ਜੀ ਉਹ ਆ ਕੇ ਸਮਰਥਨ ਦਾ ਐਲਾਨ ਕਰਦੇ ਰਹੇ ਨੇ, ਤਾਂ ਉਹਨਾਂ ਨੇ ਦਿਖਾਇਆ ਵੀ ਹਾਂ ਅਸੀਂ ਜਿਹਨੂੰ ਕਹਿੰਦੇ ਆ ਵੀ ਐਂ ਕੰਧ ਬਣ ਕੇ ਨਾਲ ਖੜੇ ਆ, ਤੇ ਜੁਡੀਸ਼ਰੀ ਦੇ ਵਿੱਚ ਜੋ ਕੁਝ ਉਹ ਕਰ ਸਕਦੇ ਸੀ ਉਹਨਾਂ ਨੇ ਸਾਡੇ ਲਈ ਉਹ ਕੀਤਾ ਹੈਗਾ। ਰਮਿੰਦਰ ਜੀ, ਜਿੱਦਾਂ ਲੱਗਦਾ ਵੀ ਜਿੱਦਾਂ ਕਾਨੂੰਨ ਕਿਸਾਨਾਂ ਦੇ ਸਿਰੜ ਅੱਗੇ ਟਿਕ ਨਹੀਂ ਸਕਣਗੇ, ਇਹ ਵੀ ਰੁਲ ਜਾਣੇ ਆ, ਪਰ ਫਿਰ ਵੀ ਪਰਚੇ ਵੀ ਨਾਲ ਹੀ ਤੁਸੀਂ ਦੱਸਦੇ ਵੀ ਰੁਲ ਜਾਣੇ ਜੇ ਕਿਸਾਨੀ ਦਾ ਘੋਲ ਜਿਹੜਾ ਆ ਸਰਕਾਰ ਨੇ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਮੰਨ ਲਿਆ। ਚਲੋ ਆਪਾਂ ਗੱਲ ਕਰੀਏ ਖੁਦਾ ਨਾ ਖਾਸਤਾ ਜੇ ਕੇਸ ਚੱਲਦੇ ਆ, ਹੁਣ ਤੁਸੀਂ ਸਟੱਡੀ ਕਰ ਲਿਆ, ਤੁਹਾਨੂੰ ਲੱਗਦਾ ਆ ਵੀ ਇਹ ਕੇਸ ਜਿਹੜੇ ਆ ਪੁਲਿਸ ਨੇ ਇਦਾਂ ਫਾਲਸ ਬਣਾਏ ਹੋਏ ਆ, ਬੋਗਸ ਕੇਸ ਬਣਾਏ ਹੋਏ ਆ, ਵੀ ਇਹ ਕੋਰਟ ਵਿੱਚ ਗਾਂ ਟਿਕ ਪਾਉਣਗੇ? ਦੇਖੋ ਇਹਨਾਂ 'ਚੋਂ ਬਹੁਤੇ ਕੇਸ ਗਿਰ ਜਾਣੇ ਆ, ਮਤਲਬ ਸਾਨੂੰ ਪਤਾ ਹੈ ਉਸ ਕੇ ਗਿਰ ਜਾਣੇ ਆ, ਪਰ ਐਂ ਵੀ ਅਸੀਂ ਆਪਣਾ ਡਿਫੈਂਸ ਪਹਿਲਾਂ ਹੀ ਡਿਸਕਲੋਜ਼ ਕਰੀਏ, ਇਹ ਕਾਨੂੰਨੀ ਨੁਕਤੇ ਤੋਂ ਸਹੀ ਨਹੀਂ ਹੋਊਗਾ। ਉਹ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਹੋਈਆਂ ਆਪਸ 'ਚ, ਔਰ ਸਾਨੂੰ ਪਤਾ ਵੀ ਇਹਨਾਂ 'ਚੋਂ ਬਹੁਤੇ ਕੇਸਾਂ 'ਚ ਜੇ ਕੁਝ ਹੋਇਆ ਤਾਂ ਪੁਲਿਸ ਵਾਲਿਆਂ ਨੂੰ ਠਾਠਾ ਪੈਣੀਆਂ ਨੇ ਉਸ ਦੇ ਵਿੱਚ। ਜੇ ਬੇਲ ਆਰਡਰਾਂ ਦੇ ਜੱਜ ਇਹ ਕਮੈਂਟ ਕਰ ਰਹੇ ਨੇ ਤਾਂ ਪੁਲਿਸ ਟਿਕਣੀ ਹੀ ਨਹੀਂ ਕਿਤੇ, ਠੀਕ ਹੈ। ਪੁਲਿਸ ਤਾਂ ਜਿਹਨੂੰ ਕਹਿ ਲਈਏ ਵੀ ਬਲੀ ਦਾ ਬੱਕਰਾ ਬਣਾਈ ਆ ਮੋਦੀ ਨੇ ਇਸ ਮਾਮਲੇ ਦੇ ਵਿੱਚ, ਸਾਰੇ ਮੁਲਕ ਨੂੰ ਜਿਹੜਾ ਗਦੀ ਗੇੜ ਪਾਇਆ ਹੋਇਆ, ਅਸੀਂ ਕੋਈ ਨਾਨਕੇ ਆ ਕੇ ਨਹੀਂ ਬੈਠੇ, ਸਾਨੂੰ ਉਹ ਕਰੇ, ਨਹੀਂ ਤਾਂ ਅੰਦੋਲਨ ਫੈਲ ਰਿਹਾ, ਇਹ ਅੰਦੋਲਨ ਭਾਰਤ 'ਚ ਫੈਲ ਰਿਹਾ। ਰੇਲ ਰੋਕੋ ਇਸ ਦੇਸ਼ ਦੇ 700 ਜ਼ਿਲ੍ਹਿਆਂ 'ਚ ਇੰਪਲੀਮੈਂਟ ਹੋਇਆ, ਤੇ ਅਸੀਂ ਇਸ ਨੂੰ ਹੋਰ ਫੈਲਾਉਣ ਦੇ ਲਈ ਮਿਹਨਤ ਕਰ ਰਹੇ ਹਾਂ। ਅੱਜ ਵੀ ਸਾਡੇ ਕਿਸਾਨ ਆਗੂ ਉੱਥੋਂ ਆਏ ਨੇ, ਜਤਿੰਦਰ ਸਿੰਘ ਸ਼ੀਨਾ ਜੀ, ਇਲਾਹਾਬਾਦ ਪੰਚਾਇਤ ਹੋਈ ਆ, ਆਈ ਤਾਂ ਪੂਰਬੀ ਯੂਪੀ ਤੇ ਪੱਛਮੀ ਯੂਪੀ ਦੇ ਵਿੱਚ ਤਾਂ ਬਣਾ ਲਿਆ ਅੰਦੋਲਨ, ਕੇਂਦਰੀ ਤੇ ਪੂਰਬੀ ਯੂਪੀ ਨੂੰ ਤੁਰ ਪਏ ਆ ਅਸੀਂ ਹੁਣ। ਤੇ ਬਾਕੀ ਜਿਹੜੇ ਸੂਬਿਆਂ ਦੇ ਵਿੱਚ ਇਲੈਕਸ਼ਨ ਹੈ, ਜੇ ਅਸੀਂ ਸਾਰੇ ਭਾਰਤ 'ਚ ਫੈਲਾ ਰਹੇ ਹਾਂ ਤਾਂ ਉਹਨਾਂ ਨੂੰ ਕਿੱਥੇ ਛੱਡਾਂਗੇ। ਸਾਡੇ ਉੱਥੋਂ ਦੇ ਜਿਹੜੇ ਸੰਗਠਨ ਨੇ, ਜਿਹੜੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਨੇ, ਉਹ ਲਾਮਬੰਦੀ ਕਰ ਰਹੇ ਨੇ। ਅੱਜ ਬੰਗਾਲ 'ਚ ਇੱਕ ਵੱਡੀ ਰੈਲੀ ਹੋ ਰਹੀ ਆ, 12 ਨੂੰ ਫੇਰ ਹੋਣੀ ਆ, ਔਰ ਸੰਯੁਕਤ ਕਿਸਾਨ ਮੋਰਚਾ ਇਹਨਾਂ ਰੈਲੀਆਂ ਸਾਡੇ ਕਿਸਾਨ ਆਗੂ ਜਾਣਗੇ ਔਰ ਲੋਕਾਂ ਨੂੰ ਜਾਗਰਤ ਕਰਨਗੇ ਔਰ ਦੱਸਣਗੇ ਕਿ ਇਹ ਕਾਨੂੰਨ ਕਿੰਨੇ ਘਾਤਕ ਨੇ, ਔਰ ਇਹ ਲਿਆਉਣ ਵਾਲੀ BJP ਨੂੰ ਮੂੰਹ ਨਾ ਲਾਓ ਸਾਰੇ ਦੇਸ਼ ਦੇ ਵਿੱਚ। ਬਹੁਤ ਧੰਨਵਾਦ। ਜਿਹੜਾ ਵਕੀਲ ਭਾਈਚਾਰਾ ਚੰਡੀਗੜ੍ਹ ਤੋਂ ਸੀ, ਪੰਜਾਬ ਤੋਂ ਸੀ, ਦਿੱਲੀ ਤੋਂ ਸੀ, ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲੀ ਜਿਹੜੀ ਆ, ਉਹਨਾਂ ਨੇ ਇਹਨਾਂ ਦੇ ਜਿੰਨੇ ਵੀ ਸਾਧਨ ਚਾਹੀਦੇ ਸੀ ਉਹਨਾਂ ਨੇ ਸਾਧਨ ਇਹਨਾਂ ਨੂੰ ਮੁਹੱਈਆ ਕਰਾਏ। ਖਾਸ ਕਰਕੇ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਇਸ ਰਿਹਾਈ ਕਰਾਉਣ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਿਕਲ ਕੇ ਸਾਹਮਣੇ ਆਉਂਦਾ ਆ, ਕਿਉਂਕਿ ਜਿਸ ਤਰ੍ਹਾਂ ਉਹ ਦਿੱਲੀ ਦੇ ਕੰਮਾਂ-ਕਾਰਾਂ ਨੂੰ, ਦਿੱਲੀ ਦੀ ਜੁਡੀਸ਼ਰੀ ਦੇ ਵਿੱਚ ਜਾਂ ਦਿੱਲੀ ਪੁਲਿਸ ਦੇ ਵਿੱਚ ਇੱਕ ਰਾਜਨੀਤਿਕ ਤੌਰ ਤੇ ਦਿੱਲੀ ਦੇ ਰਿਹਾਇਸ਼ੀ ਹੋਣ ਦੇ ਮੁਤਾਬਕ ਆਪਣਾ ਰੁੱਖ ਰੱਖਦੇ ਆ, ਉਹਦਾ ਕਿਸਾਨ ਜਥੇਬੰਦੀਆਂ ਦੇ ਇਸ ਰਿਹਾਈ ਦੇ ਕੰਮ ਨੂੰ ਤੇ ਵਕੀਲ ਭਾਈਚਾਰੇ ਨੂੰ ਜਿੰਨੀ ਸਪੋਰਟ ਮਿਲੀ ਆ, ਉਹ ਵੀ ਇੱਕ ਕਾਬਲੇ ਤਾਰੀਫ ਕਦਮ ਆ। ਵੱਡੇ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਵਕੀਲ ਆ, ਉਹ ਟੀਮ ਆ, ਉਹਨਾਂ ਚਿਰ ਸਾਹ ਦਮ
ਸਾਹ ਨਹੀਂ ਲਵੇਗੀ ਜਿੰਨਾ ਚਿਰ ਕੱਲੇ ਨੌਜਵਾਨ ਨੂੰ ਇਨਸਾਫ ਨਹੀਂ ਮਿਲ ਜਾਂਦਾ। ਕੈਮਰਾਮੈਨ ਸੌਰਵ ਦੇ ਨਾਲ ਗੁਰਨਾਮ ਸਿੰਘ ਬਿਲਗਾ, ਸਿੰਘੂ ਬਾਰਡਰ, ਦਿੱਲੀ ਤੋਂ।